ਵੈਲਕਮ ਅਗੇਨ ਸਟੂਡੈਂਟਸ। ਅਸੀਂ ਹੁਣ ਕਰਾਂਗੇ ਟੌਪਿਕ ਡਿਸਟਿੰਕਸ਼ਨ ਬਿਟਵੀਨ ਅਸੈਸਮੈਂਟ ਫॉर ਲਰਨਿੰਗ। ਇਹਦੇ ਕਨਸੈਪਟ ਕਰਾਂਗੇ। ਇਹਦਾ MCQ ਆ ਜਿਹੜਾ। ਸਭ ਤੋਂ ਪਹਿਲਾ ਕੁਐਸਚਨ, ਮੁਲਾਂਕਣ ਦਾ ਨਵਾਂ ਸੰਕਲਪ ਕੀ ਹੈ? ਵੱਖ-ਵੱਖ ਤਕਨੀਕੀ ਵਿਧੀਆਂ ਬਾਰੇ ਜਾਣਨਾ, ਵਿਦਿਆਰਥੀਆਂ ਦੀ ਉਪਲਬਧੀ ਤੇ ਵਿਕਾਸ ਦਾ ਅਧਿਐਨ, ਸਕੂਲ ਪਾਠਕ੍ਰਮ ਦੇ ਉਦੇਸ਼ਾਂ ਨੂੰ ਮਾਪਣਾ। ਉਪਰੋਕਤ ਸਾਰੇ ਤਾਂ ਇਹ ਵੀ ਸਾਨੂੰ ਸਹੀ ਲੱਗ ਰਿਹਾ, ਪਹਿਲਾ, ਦੂਜਾ ਵੀ ਸਹੀ ਲੱਗ ਰਿਹਾ, ਤੀਜਾ ਵੀ ਸਹੀ ਲੱਗ ਰਿਹਾ, ਤਾਂ ਇਸ ਲਈ ਅਸੀਂ ਨਿਸ਼ਾਨੀ ਲਗਾਵਾਂਗੇ ਉਪਰੋਕਤ ਸਾਰੇ ਤੇ। ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰੰਤਰ ਤੇ ਵਿਆਪਕ ਮੁਲਾਂਕਣ ਦਾ ਕਾਰਜ ਨਹੀਂ ਹੈ? 2013 ਦਸੰਬਰ ਦੇ ਪੇਪਰ 'ਚ ਆਇਆ ਹੋਇਆ। ਵਿਦਿਆਰਥੀਆਂ ਦੀ ਤਰੱਕੀ ਦੀ ਸੀਮਾ ਤੇ ਡਿਗਰੀ ਤੱਕ ਬਕਾਇਦਾ ਅਸਾਈਨਮੈਂਟ ਵਿੱਚ ਮਦਦ ਕਰਨਾ, ਦਿਲਚਸਪੀ ਦੇ ਰੁਝਾਨ ਦੇ ਖੇਤਰਾਂ ਦੀ ਪਛਾਣ ਕਰਨਾ, ਸਿੱਖਿਆ ਦੇ ਖੇਤਰ ਵਿੱਚ ਨਵੀਨਤਾ ਲਿਆਉਣਾ, ਸਿੱਖਿਆ ਦੀਆਂ ਅਸਰਦਾਰ ਰਣਨੀਤੀਆਂ ਦੀ ਵਿਵਸਥਾ ਕਰਨ ਵਿੱਚ ਅਧਿਆਪਕਾਂ ਦੀ ਮਦਦ ਕਰਨਾ। ਤਾਂ ਕਿਹੜਾ ਨਹੀਂ ਹੈ? ਤਾਂ ਸਾਡੇ ਕੋਲ 4 ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਕੀ ਆਊਗਾ? C। ਅੱਗੇ ਹੈਗਾ, ਸਿੱਖਣ ਦੇ ਕੋਸ਼ਿਸ਼ ਤੇ ਗਲਤੀ ਦੇ ਸਿਧਾਂਤ ਵਿੱਚ ਪ੍ਰਭਾਵ ਦੇ ਸਿਧਾਂਤ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ? ਗਤੀ ਦਾ ਸਿਧਾਂਤ, ਸੁੱਖ ਤੇ ਦੁੱਖ ਦਾ ਸਿਧਾਂਤ, ਤਤਪਰਤਾ ਦਾ ਸਿਧਾਂਤ, ਅਵਸਰ ਦਾ ਸਿਧਾਂਤ। ਕੋਸ਼ਿਸ਼ ਤੇ ਗਲਤੀ ਦੇ ਸਿਧਾਂਤ ਵਿੱਚ ਪ੍ਰਭਾਵ ਦੇ ਸਿਧਾਂਤ ਨੂੰ ਕਿਸੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ? ਤਤਪਰਤਾ ਦੇ ਸਿਧਾਂਤ ਨਾਲ। ਅੱਗੇ ਕੁਐਸਚਨ ਹੈਗਾ, ਇਹਨਾਂ ਵਿੱਚੋਂ ਕਿਹੜਾ ਸ਼ਬਦ ਮੁਲਾਂਕਣ ਨਾਲ ਮੇਲ ਨਹੀਂ ਖਾਂਦਾ? ਸਜ਼ਾ, ਪਰੀਖਣ, ਪਰਖ ਤੇ ਮਾਪਣ। ਤਾਂ ਸਾਡਾ ਆਨਸਰ ਕੀ ਆ? ਸਜ਼ਾ। ਖੋਜ ਤੇ ਪ੍ਰਯੋਗਸ਼ਾਲਾ ਵਿਧੀ ਦੁਆਰਾ ਨਿਮਨਲਿਖਤ ਵਿੱਚੋਂ ਕਿਹੜਾ ਹੈ? ਵਿਗਿਆਨ ਤੇ ਗਣਿਤ, ਸਮਾਜਿਕ ਵਿਸ਼ਾ, ਭਾਸ਼ਾ, ਸਾਹਿਤ। ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਡਾ ਕੀ ਆਨਸਰ ਆਊਗਾ? ਸਮਾਜਿਕ ਵਿਸ਼ਾ। ਇਹ ਇੱਕ ਮੰਨਿਆ ਤੱਥ ਹੈ ਕਿ ਔਰਤਾਂ ਵਧੀਆ ਅਧਿਆਪਕ ਬਣ ਸਕਦੀਆਂ ਹਨ, ਖਾਸ ਤੌਰ ਤੇ ਪ੍ਰਾਇਮਰੀ ਸਕੂਲਾਂ ਵਿੱਚ। ਇਸ ਦਾ ਕਾਰਨ ਹੈ 2015 ਦੇ ਐਗਜ਼ਾਮੀਨੇਸ਼ਨ 'ਚ ਪੇਪਰ 'ਚ ਆਇਆ ਹੋਇਆ। ਉਹ ਤਣਾਅ ਭਰਪੂਰ ਸਥਿਤੀਆਂ ਨੂੰ ਵਧੀਆ ਢੰਗ ਨਾਲ ਨਜਿੱਠ ਸਕਦੀਆਂ ਨੇ। ਉਹ ਘੱਟ ਤਨਖਾਹ 'ਤੇ ਕੰਮ ਕਰਨ ਲਈ ਤਿਆਰ ਹਨ। ਉਹਨਾਂ ਨੂੰ ਰੁਜ਼ਗਾਰ ਦੀ ਜ਼ਿਆਦਾ ਲੋੜ ਹੈ। ਉਹ ਕਈ ਕੰਮ ਇਕੱਠੇ ਕਰਨ ਦੇ ਯੋਗ ਹੁੰਦੀਆਂ ਹਨ ਤੇ ਨਿਮਰ ਵੀ। ਤਾਂ ਇਹਨਾਂ ਦੇ ਵਿੱਚ ਸਾਡੇ ਕੋਲ ਆਪਸ਼ਨ ਹੈਗਾ D। ਇੱਕ ਟੈਸਟ ਮੰਨਣਯੋਗ ਹੈ। ਜੂਨ 2013 ਦੇ ਟੈਸਟ 'ਚ ਆਇਆ ਹੋਇਆ ਕੁਐਸਚਨ ਹੈ ਇਹ। ਉਸ ਵਿੱਚ ਅਧਿਆਪਕ ਵੱਲੋਂ ਪੱਖਪਾਤ ਨਹੀਂ ਹੈ। ਉਹੀ ਮਾਪਦਾ ਹੈ ਜੋ ਮਾਪਣ ਦਾ ਦਾਅਵਾ ਕਰਦਾ ਹੈ। ਸਮੇਂ ਉੱਤੇ ਯੋਗ ਨਤੀਜਾ। ਉਸ ਵਿੱਚ ਸੱਭਿਆਚਾਰਕ ਪੱਖਪਾਤ ਨਾ ਹੋਵੇ। ਤਾਂ ਟੈਸਟ ਹੈ ਜਿਹੜਾ ਉਹ ਸਟੈਂਡਰਡਾਈਜ਼ ਤਾਂ ਹੁੰਦਾ ਏ ਜੇ ਉਹਦੇ ਵਿੱਚ ਉਹੀ ਮਾਪਿਆ ਜਾਵੇ ਜਿਹੜਾ ਕਿ ਦਾਅਵਾ ਕੀਤਾ ਜਾਂਦਾ ਏ। ਅੱਗੇ ਕੁਐਸਚਨ ਆ, ਮੁਲਾਂਕਣ ਡੈਸ਼ ਨੂੰ ਮਾਪਣ ਦੇ ਵਾਸਤਵਿਕ ਵਿਵਹਾਰ ਪ੍ਰਯੋਗ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। 4 ਆਪਸ਼ਨ ਦਿੱਤੇ ਹੋਏ ਨੇ ਸਾਨੂੰ। ਮੁਲਾਂਕਣ, ਅਸੈਸਮੈਂਟ, ਪਰੀਖਣ, ਪਰਖ। ਸਾਡਾ ਆਨਸਰ ਕੀ ਆਊਗਾ? ਪਰਖ। ਅੱਗੇ ਕੁਐਸਚਨ ਆ, ILFE ਦਾ ਅਰਥ ਹੈ। 2015 ਦੇ ਪੇਪਰ 'ਚ ਆਇਆ ਹੋਇਆ ਕੁਐਸਚਨ ਹੈ ਇਹ। 4 ਆਪਸ਼ਨ ਦਿੱਤੇ ਹੋਏ ਨੇ ਤੁਹਾਨੂੰ। ILFE ਦਾ ਮਤਲਬ ਹੈ ਇਨਕਲੂਸਿਵ ਲਰਨਿੰਗ ਫਰੈਂਡਲੀ ਐਨਵਾਇਰਨਮੈਂਟ। ਪਰੀਖਣ ਡੈਸ਼ ਦੀ ਭਿੰਨਤਾਵਾਂ ਨੂੰ ਮਾਪਣ ਦਾ ਇੱਕ ਸਾਧਨ ਹੈ। ਵਿਵਹਾਰ ਦੀਆਂ ਭਿੰਨਤਾਵਾਂ। ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹੈ। 4 ਚੀਜ਼ਾਂ ਦਿੱਤੀਆਂ ਹੋਈਆਂ ਨੇ ਤੁਹਾਨੂੰ, 4 ਆਪਸ਼ਨ ਨੇ। ਸਾਡਾ ਸਹੀ ਆਪਸ਼ਨ ਹੈ ਜਿਹੜਾ ਉਹ ਸਮਾਜਿਕ ਤੇ ਸੱਭਿਆਚਾਰਕ ਪੱਖ। ਇੱਕ ਬੱਚਾ ਸਕਾਲਰਸ਼ਿਪ ਲੈਣ ਲਈ ਸਖਤ ਪੜ੍ਹਾਈ ਕਰਦਾ, ਉਹ ਕਿਸ ਗੱਲ ਦੀ ਉਦਾਹਰਨ ਹੈ? 2015 ਦਾ ਕੁਐਸਚਨ ਹੈ ਇਹ।
ਅੰਤਰੀ ਪ੍ਰੇਰਨਾ ਦੀ, ਬਾਹਰੀ ਪ੍ਰੇਰਨਾ ਦੀ, ਧਨਾਤਮਕ ਪ੍ਰੇਰਨਾ ਦੀ, ਉਪਰੋਕਤ ਵਿੱਚੋਂ ਕੋਈ ਨਹੀਂ। ਅਸੀਂ ਕਹਾਂਗੇ ਬਾਹਰੀ ਪ੍ਰੇਰਨਾ ਦੀ। ਸਿੱਖਣ ਸਿਧਾਂਤ ਦੇ ਸੰਦਰਭ ਵਿੱਚ ਸਕੈਲਫੋਲਡਿੰਗ ਸੰਕੇਤ ਕਰਦਾ ਹੈ। 4 ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਹੈਗਾ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਦੇ ਕਾਰਨ ਦੀ ਪੜਤਾਲ ਕਰਨ ਵਿੱਚ ਮੁੱਢਲੀਆਂ ਲੋੜਾਂ ਨਾਲ ਪੈਦਾ ਹੁੰਦੀਆਂ ਹਨ। ਸਰੀਰਕ ਲੋੜਾਂ, ਸਮਾਜਿਕ ਲੋੜਾਂ, ਹੋਰ ਲੋੜਾਂ, ਉਪਰੋਕਤ ਸਾਰੀਆਂ। ਸਾਡਾ ਆਨਸਰ ਆਊਗਾ ਇਹ ਸਾਰੀਆਂ ਲੋੜਾਂ ਪੈਦਾ ਹੁੰਦੀਆਂ ਨੇ ਮੁੱਢਲੀਆਂ ਲੋੜਾਂ ਨਾਲ। ਵਿਦਿਆਰਥੀ ਆਪਣੀ ਲਿਖਤ ਸਮੱਗਰੀ ਦਾ ਬੋਧ ਵਧਾ ਸਕਦੇ ਹਨ ਜੇ ਉਹ SQ4R ਨੀਤੀ ਨੂੰ ਅਪਣਾਉਣ, ਜਿਸ ਦਾ ਅਰਥ ਹੈ ਇਹ 2015 ਦੇ ਟੈਟ ਦੇ ਐਗਜ਼ਾਮ ਵਿੱਚ ਆਇਆ ਹੋਇਆ ਤੁਹਾਡਾ ਕੁਐਸਚਨ। ਸਾਡਾ ਆਨਸਰ ਆਊਗਾ B, ਸਰਵੇ ਕੁਐਸਚਨ, ਰੀਡ, ਰਿਸਾਈਟ, ਰਾਈਟ ਐਂਡ ਰਿਵਿਊ। ਬੱਚੇ ਦੀ ਸੰਪੂਰਨ ਮੁਲਾਂਕਣ ਵਿਧੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਵਿਅਕਤੀਤਵ ਦਾ ਮੁਲਾਂਕਣ, ਉੱਠਣ ਬੈਠਣ ਦਾ ਮੁਲਾਂਕਣ, ਵਿਦਿਅਕ ਪ੍ਰਾਪਤੀ ਦਾ ਮੁਲਾਂਕਣ, ਉਪਰੋਕਤ ਸਾਰੇ। ਤਾਂ ਸਾਡਾ ਆਨਸਰ ਆਊਗਾ ਉਪਰੋਕਤ ਸਾਰੇ। ਕੋਈ ਵੀ ਜਾਂਚ ਟੈਸਟ ਨੂੰ ਤਿਆਰ ਕਰਨ ਵਿੱਚ ਪਹਿਲਾ ਕਦਮ ਹੈ। 4 ਆਪਸ਼ਨ ਦਿੱਤੇ ਹੋਏ ਨੇ। ਕਿਹੜਾ ਕਦਮ ਹੈ ਪਹਿਲਾ? ਸਿੱਖਿਆ ਦੇ ਉਦੇਸ਼ਾਂ ਦੀ ਪਹਿਚਾਣ। ਇਹਨਾਂ ਵਿੱਚੋਂ ਕਿਹੜਾ ਸਭ ਤੋਂ ਘੱਟ ਪਾਬੰਦੀ ਵਾਲੀ ਜਮਾਤ ਦਾ ਵਾਤਾਵਰਨ ਹੈ? 4 ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਆਊਗਾ ਖਾਸ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਪੜ੍ਹਾਈ ਵਿੱਚ ਅਜਿਹੀ ਵਿਵਸਥਾ ਕੀਤੀ ਜਾਂਦੀ ਹੈ ਕਿ ਆਮ ਬੱਚਿਆਂ ਵਰਗੀ ਹੁੰਦੀ ਹੈ। ਅਧਿਆਪਕ ਆਪਣੇ ਵਿਦਿਆਰਥੀਆਂ ਦੀਆਂ ਸੰਰਚਨਾਤਮਕ ਯੋਗਤਾਵਾਂ ਦਾ ਅਨੁਮਾਨ ਲਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਬਣਾਉਣਾ ਚਾਹੀਦਾ ਹੈ। ਸੰਗਠਿਤ ਕਾਰਜ ਜਿਸ ਨੂੰ ਇੱਕ ਨਿਸ਼ਚਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ। ਸੰਗਠਿਤ ਕਾਰਜ ਜਿਸ ਨੂੰ ਵਿਅਕਤੀਗਤ ਗਤੀ ਉੱਤੇ ਪੂਰਾ ਕੀਤਾ ਜਾਵੇ। ਮੁਲਾਂਕਣ ਯੋਜਨਾ ਦੇ ਅੰਤਰਗਤ ਖੁੱਲ੍ਹੇ ਅੰਤ ਵਾਲੇ ਕਾਰਜਾਂ ਦੀ ਵੰਨ ਸੁਵੰਨਤਾ ਵਿੱਚ ਲਚਕੀਲਾਪਣ। ਉਮੀਦ ਕੀਤੇ ਨਤੀਜਿਆਂ ਦੇ ਆਧਾਰਿਤ ਮੁਲਾਂਕਣ ਯੋਗਤਾ ਦੇ ਅੰਤਰਗਤ ਖੁੱਲ੍ਹੇ ਅੰਤ ਵਾਲੇ ਕਾਰਜਾਂ ਦੀ ਵੰਨ ਸੁਵੰਨਤਾ। ਤਾਂ ਸਾਡਾ ਆਨਸਰ ਕੀ ਆਊਗਾ? C। ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਸ਼ਾਮਲ ਹੈ ਸਰੀਰਕ ਪੱਖ, ਸਮਾਜਿਕ ਤੇ ਸੱਭਿਆਚਾਰਕ, ਭਾਵਨਾਤਮਕ ਪੱਖ। ਤਾਂ ਅਸੀਂ ਕਹਾਂਗੇ ਸਾਰੇ। ਪ੍ਰਮਾਣਿਕ ਮਾਪਣ ਦਰਸਾਉਂਦਾ ਹੈ। 4 ਆਪਸ਼ਨ ਦਿੱਤੇ ਹੋਏ ਨੇ, ਤੁਹਾਨੂੰ ਧਿਆਨ ਨਾਲ ਪੜ੍ਹਨੇ ਨੇ। ਪ੍ਰਮਾਣਿਕ ਮਾਪਣ ਕੀ ਦਰਸਾਉਂਦਾ ਹੈ? ਪਹਿਲਾ ਆਪਸ਼ਨ ਆਊਗਾ ਸਾਡਾ ਉਹ ਪ੍ਰਕਿਰਿਆ ਜਿਸ ਵਿੱਚ ਵਿਦਿਆਰਥੀਆਂ ਦੀ ਯੋਗਤਾ ਦਾ ਨਿਰੀਖਣ ਉਹਨਾਂ ਦੀ ਆਪਣੀ ਅਸਲੀ ਜ਼ਿੰਦਗੀ ਦੇ ਹਿੱਸਿਆਂ ਵਿੱਚੋਂ ਲੈ ਕੇ ਕੀਤਾ ਜਾਂਦਾ ਹੈ। ਅਗਲਾ ਕੁਐਸਚਨ ਹੈ ਸਾਡੇ ਕੋਲ, ਪਾਠਸ਼ਾਲਾ ਮੁਲਾਂਕਣ ਅਕਾਦਮਿਕ ਵਿਸ਼ਿਆਂ ਦੇ ਲਈ ਇਸਤੇਮਾਲ ਹੁੰਦਾ ਹੈ ਜਦਕਿ ਅਧਿਆਪਨ ਮੁਲਾਂਕਣ। 4 ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਕੀ ਆਊਗਾ? ਵਿਦਿਆਰਥੀਆਂ ਦੇ ਵਿਅਕਤੀਤਵ ਵਿੱਚ ਹੋਣ ਵਾਲੇ ਪਰਿਵਰਤਨ। ਇਹਨਾਂ ਵਿੱਚੋਂ ਕਿਹੜੀ ਵਸਤੂ ਪਾਠਸ਼ਾਲਾ ਆਧਾਰਿਤ ਮੁਲਾਂਕਣ ਲਈ ਜ਼ਰੂਰੀ ਹੈ? 4 ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਆਊਗਾ ਮੌਖਿਕ ਪ੍ਰੀਖਿਆਵਾਂ, ਵਿਦਿਆਰਥੀਆਂ ਦਾ ਅਧਿਐਨਿਕ ਪੱਖ, ਕੌਸ਼ਲਾਂ ਵਿੱਚ ਪ੍ਰਾਪਤੀ ਦਾ ਮੁਲਾਂਕਣ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੁਲਾਂਕਣ ਲਈ ਜ਼ਰੂਰੀ ਨੇ। ਤਾਂ ਇਹ ਸਾਰਿਆਂ ਦੇ ਉੱਤੇ ਨਿਸ਼ਾਨੀ ਲਾਵਾਂਗੇ ਅਸੀਂ। ਇੱਕ ਵਿਦਿਆਰਥੀ ਦੁਆਰਾ ਪ੍ਰਾਪਤ ਅੰਕਾਂ ਦੀ ਤੁਲਨਾ ਕਰਦੇ ਹਾਂ ਤਾਂ ਹੇਠ ਦਿੱਤੇ ਟੈਸਟ ਦਰਸਾਉਂਦਾ ਹੈ। 2016 ਦਾ ਕੁਐਸਚਨ ਆਇਆ ਹੋਇਆ ਇਹ। ਸਾਡਾ ਆਨਸਰ ਕੀ ਆਊਗਾ ਇਹਦੇ ਵਿੱਚ? ਹੋਰ ਵਿਦਿਆਰਥੀਆਂ ਦਾ ਉਸ ਹੀ ਟੈਸਟ ਵਿੱਚ ਪ੍ਰਾਪਤ ਅੰਕ ਹਮਦਰਦੀ ਵਿੱਚ ਸ਼ਾਮਲ ਹੈ। 4 ਆਪਸ਼ਨ ਦਿੱਤੇ ਹੋਏ ਨੇ। ਕਿਰਿਆ ਤੇ ਪ੍ਰਤੀਕਿਰਿਆ। ਮੁੱਢਲੀਆਂ ਜ਼ਰੂਰਤਾਂ ਹੁੰਦੀਆਂ ਹਨ। 4 ਆਪਸ਼ਨ ਦਿੱਤੇ ਹੋਏ ਨੇ ਤੁਹਾਨੂੰ। ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਨਹੀਂ ਹੁੰਦਿਆਂ, ਤਾਂ ਇਸ ਲਈ D ਤੇ ਨਿਸ਼ਾਨੀ ਲਗਾਵਾਂਗੇ। ਗਰੁੱਪ ਬਣਤਰ ਨੂੰ ਜਾਂਚਣ ਦਾ ਆਮ ਮਾਪ ਹੈ ਸੋਸ਼ੀਓਗ੍ਰਾਮ, ਸੋਸ਼ੀਓ ਡਰਾਮਾ, ਗਰੁੱਪ ਰੇਟਿੰਗ ਸਕੇਲ, ਕੁਦਰਤੀ ਹਾਲਾਤਾਂ ਵਿੱਚ ਗਰੁੱਪ ਦਾ ਨਿਰੀਖਣ। ਤਾਂ ਸਾਡਾ ਆਨਸਰ ਕੀ ਆਊਗਾ? ਸੋਸ਼ੀਓਗ੍ਰਾਮ। ਪ੍ਰਯੋਗਾਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਢੁਕਵਾਂ ਰੂਪ ਹੈ। ਇਹ ਵੀ ਪਿਛਲੇ ਸਾਲਾਂ ਦੇ ਵਿੱਚ ਆਇਆ ਹੋਇਆ ਕੁਐਸਚਨ ਆ। ਕੀ ਆ
ਕਿਹੜੇ ਵਿਦਿਆਰਥੀ ਆਪਣੇ ਆਪ ਨੂੰ ਨਿਕੰਮੇ ਸਮਝਦੇ ਨੇ? ਦੇਖੋ ਧਿਆਨ ਨਾਲ ਕੁਐਸਚਨ ਦਾ ਆਨਸਰ। ਅਸੀਂ ਕਹਾਂਗੇ ਸਾਰੀਆਂ ਗੱਲਾਂ ਜਿਨ੍ਹਾਂ ਵਿਦਿਆਰਥੀਆਂ ਵਿੱਚ ਹੁੰਦੀਆਂ ਨੇ ਉਹ ਆਪਣੇ ਆਪ ਨੂੰ ਨਿਕੰਮਾ ਸਮਝਦੇ ਨੇ। ਬ੍ਰੇਨ ਸਟੋਰਮਿੰਗ ਤਕਨੀਕ ਜ਼ਰੂਰੀ ਤੌਰ 'ਤੇ ਵਰਤੀ ਜਾਂਦੀ ਹੈ। 4 ਆਪਸ਼ਨ ਦਿੱਤੇ ਹੋਏ ਨੇ। ਤਾਂ ਬ੍ਰੇਨ ਸਟੋਰਮਿੰਗ ਕਿਉਂ ਵਰਤੀ ਜਾਂਦੀ ਹੈ? ਰਚਨਾਤਮਕਤਾ ਵਿੱਚ ਉਤਸੁਕਤਾ ਵਧਾਉਣ ਲਈ। ਮੁਲਾਂਕਣ ਕਰਦੇ ਸਮੇਂ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਦਾ ਕਥਨ ਹੈ। ਕਿਸ ਦਾ ਕਥਨ ਹੈ ਇਹ? CBSE ਦਾ। ਸਿੱਖਣਾ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ? 4 ਆਪਸ਼ਨ ਨੇ। ਸਾਡਾ ਆਨਸਰ ਆ ਰੁਚੀ ਤੋਂ, ਯਾਦ ਸ਼ਕਤੀ ਤੋਂ, ਤਤਪਰਤਾ ਤੋਂ। ਸਿੱਖਣਾ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ। ਤਾਂ ਡੀ ਤੇ ਨਿਸ਼ਾਨੀ ਲਾਵਾਂਗੇ ਅਸੀਂ। ਕਿਸੇ ਬਾਰੇ ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਦਾ ਇਹਨਾਂ ਵਿੱਚੋਂ ਕਿਹੜੇ ਤੱਤਾਂ ਨਾਲ ਸੰਬੰਧ ਹੈ? ਪੁੱਛ ਕੇ ਪੜ੍ਹਨ ਵਾਲੀ ਜਾਣਕਾਰੀ ਕੀ ਹੁੰਦੀ ਹੈ? परिकल्पना, निष्कर्ष इकट्ठे करना, बिना प्रभाव द्वारा परख। CCE तो तुहाडा की भाव है? सिक्ख्या आधारित मुलांकन प्रणाली, स्कूल आधारित मुलांकन प्रणाली, पाठक्रम आधारित मुलांकन प्रणाली, उपरोक्त विचों कोई नहीं। तो CCE काहदे नाल संबंधित आ? इन्हां तिन्नां नाल ही संबंधित नहीं। इहदा कंसैप्ट आ जिहड़ा ओह कॉन्टीन्यूअस कॉम्प्रीहेंसिव डिवेलपमेंट का कंसैप्ट आ। इन्हां विचों किहड़ा संरचनात्मक पहुँच विधि का लक्षण है? 4 ऑप्शन दिते हुए ने। साडा ऑप्शन हैगा विद्यार्थियों वालों स्वै मुलांकन ते चिंतन। एक अध्यापक जानना चाहती है कि एक सैशन के खत्म होने के बाद उसके विषय विच पूर्णता कितनी है, किस सतर ते है। इसलिए वह एक टैसट लैंदी है ताकि वह अपना उद्देश्य पूरा कर सके। जिहड़ा मुलांकन वह कर रही है उस नूं मुख रूप विच की कहंदे हन? ਸਮੇਟਿਵ ਅਸੈਸਮੈਂਟ। ਆਧੁਨਿਕ ਕਾਲ ਵਿੱਚ ਕਿਹੜੀ ਸਿੱਖਣ ਵਿਧੀ ਨੂੰ ਸਵੀਕਾਰਿਆ ਨਹੀਂ ਜਾ ਰਿਹਾ? ਸਾਡਾ ਆਨਸਰ ਹੈਗਾ ਵਿਆਖਿਆ ਵਿਧੀ ਨੂੰ। ਬੱਚੇ ਦੀ ਸਿੱਖਿਆ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਤੇ ਕਾਰਗਰ ਤਰੀਕਾ ਹੈ ਖੇਡ ਵਿਧੀ। 2 ਕਾਰਜਕਾਰੀ ਤਰੀਕੇ ਜੋ ਕਿ ਇੱਕ ਬੱਚੇ ਨੂੰ ਸਹੀ ਢੰਗ ਨਾਲ ਚੁਣਨ ਤੇ ਅਪਣਾਉਣ ਲਈ ਤਿਆਰ ਰਹਿੰਦੇ ਹਨ। 4 ऑप्शन ने। तो चारों के विचों किहड़ा आंसर है साडा? रुकावट ते चेतन रणनीति। सिक्ख्यात्मक खेत्र विच रचनात्मक मुलांकन का उपकरण किहड़ा है? 4 ऑप्शन ने। असी कहांगे बहुविकल्पी चोण वाले प्रश्न। किस द्वारा बच्चों नूं अपनी कमजोरियां ते शक्तियां का पता लगता है? 4 ऑप्शन दिते हुए ने। साडा आंसर की आऊगा? मुलांकन द्वारा। जे कोई बच्चा नेम के सिद्धांतां नाल कोई निर्णय लैंदा है, तर्क नाल उह सधारण सिद्धांत तो खास वल वधदा है, इस नूं असीं की कहांगे? 4 ऑप्शन दिते हुए ने पर साडा ऑप्शन जिहड़ा पहला है, बच्चा निगनात्मक कारण लागू करन दे योग है। ਕਿਹੜੀ ਉਮਰ ਦੇ ਬੱਚਿਆਂ ਨੂੰ ਚਿੱਤਰ ਪ੍ਰਸ਼ਨਾਵਲੀ ਦਿੱਤੀ ਜਾਂਦੀ ਹੈ? 4 ਤਰ੍ਹਾਂ ਦੇ ਬੱਚੇ ਦਿੱਤੇ ਹੋਏ ਨੇ ਸਾਨੂੰ। ਅਸੀਂ ਕਹਾਂਗੇ ਚਿੱਤਰ ਪ੍ਰਸ਼ਨਾਵਲੀ ਕਿਹਨੂੰ ਦਿੱਤੀ ਜਾਂਦੀ ਹੈ? 0 ਤੋਂ 6 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ। ਹੇਠ ਲਿਖਿਆਂ ਵਿੱਚੋਂ ਕਿਹੜਾ ਮੁਲਾਂਕਣ ਦਾ ਸਾਧਨ ਨਹੀਂ ਹੈ? ਨਿਰੀਖਣ, ਪ੍ਰਸ਼ਨਾਵਲੀ ਜਾਂ ਸੂਚੀ, ਉਪਰੋਕਤ ਸਾਰੇ। ਇਹ ਸਾਰੇ ਨੇ ਜਿਹੜੇ ਉਹ ਮੁਲਾਂਕਣ ਦਾ ਸਾਧਨ ਨਹੀਂ ਹਨ। अभ्यास सिक्ख्या प्रणाली का प्रमुख अंग है। 4 ऑप्शन दिते हुए ने। मॉन्टेसरी साडा आंसर आऊगा। रूपात्मक मुलांकन का साधन नहीं है। प्रोजेक्ट। निर्देशों दौरान सीखण की प्रगति नूं मॉनीटर करन दी वरती जांदी मुलांकन की किस्म नूं आखदे हन। निर्देशों दौरान सीखण की प्रगति नूं मॉनीटर करन लई जिहड़ी
ਮੁਲਾਂਕਣ ਦੀ ਟੈਕਨੀਕ ਵਰਤੀ ਜਾਂਦੀ ਹੈ ਉਹ ਕਿਹੜੀ ਆ? ਜੁਲਾਈ 2011 ਦਾ ਜਿਹੜਾ ਕੁਐਸਚਨ ਆਇਆ ਹੋਇਆ ਇਹ ਰਚਨਾਤਮਕ ਮੁਲਾਂਕਣ ਕਹਿੰਦੇ ਹਾਂ ਅਸੀਂ ਇਹਨੂੰ। ਕਲਾਸ ਮੁਲਾਂਕਣ ਲਈ ਕੀ ਜ਼ਰੂਰੀ ਹੈ? 4 ਆਪਸ਼ਨ ਦਿੱਤੇ ਹੋਏ ਨੇ। ਕਲਾਸ ਵਰਕ, ਜਵਾਨੀ ਸੰਚਾਰ, ਅਸਾਈਨਮੈਂਟ। ਤਾਂ ਇਹ ਚਾਰੇ ਸਹੀ ਨੇ, ਇਸ ਲਈ ਸਾਡਾ ਆਨਸਰ ਆਊਗਾ ਉਪਰੋਕਤ ਸਾਰੇ। ਇਹਨਾਂ ਵਿੱਚੋਂ ਕਿਹੜੀ ਪੱਧਤੀ ਵਿਆਖਿਆ ਦੇ ਆਧਾਰਿਤ ਹੈ? ਇਹ ਵੀ ਪਿਛਲੇ ਸਾਲਾਂ 'ਚ ਆਇਆ ਹੋਇਆ ਕੁਐਸਚਨ ਹੈ। 4 ਆਪਸ਼ਨ ਪੜ੍ਹਨੇ ਨੇ ਤੁਸੀਂ। ਸਾਡਾ ਆਨਸਰ ਹੈਗਾ ਵਿਵਾ ਨੂੰ ਜੋ ਸਵਾਲ ਦਿੱਤੇ ਗਏ ਉਸਨੇ 10 ਵਿੱਚੋਂ 8 ਦੇ ਸਹੀ ਜਵਾਬ ਦਿੱਤੇ। ਵਿਆਪਕ ਮੁਲਾਂਕਣ ਦੀਆਂ ਕਿਹੜੀਆਂ ਵਿਧੀਆਂ ਵਿਆਪਕ ਮੁਲਾਂਕਣ ਦੀਆਂ ਵਿਧੀਆਂ ਕਿਹੜੀਆਂ ਨੇ? ਲਿਖਤੀ ਪ੍ਰੀਖਿਆ, ਬੌਧਿਕ ਪ੍ਰੀਖਿਆ, ਮੌਖਿਕ ਪ੍ਰੀਖਿਆ ਜਾਂ ਸਾਰੀਆਂ ਹੀ? ਅਸੀਂ ਕਹਾਂਗੇ ਸਾਰੀਆਂ ਹੀ ਜਿਹੜੀਆਂ ਨੇ ਮੁਲਾਂਕਣ ਦੀਆਂ ਵਿਧੀਆਂ ਨੇ। ਮੁਲਾਂਕਣ ਕੀ ਹੁੰਦਾ ਏ? ਬੁੱਧੀ ਦਾ ਪ੍ਰੀਖਣ, ਸਿਹਤ ਦੀ ਜਾਂਚ, ਵਿਦਿਆਰਥੀਆਂ ਦੇ ਸਿੱਖਿਅਕ ਟੀਚਿਆਂ ਦੀ ਜਾਂਚ। ਉਪਰੋਕਤ ਵਿੱਚੋਂ ਕੋਈ ਨਹੀਂ। ਅਸੀਂ ਕਹਾਂਗੇ ਵਿਦਿਆਰਥੀਆਂ ਦੇ ਸਿੱਖਿਅਕ ਟੀਚਿਆਂ ਦੀ ਜਾਂਚ ਮੁਲਾਂਕਣ ਹੁੰਦਾ ਏ। ਨਿਬੰਧ ਰੂਪੀ ਪ੍ਰਸ਼ਨ ਦੀ ਬਿਹਤਰ ਮੱਧ ਕਿਹੜੀ ਹੈ? ਨਿਊਟਨ ਦੇ ਗਤੀ ਦੇ 3 ਨਿਯਮਾਂ ਵਿੱਚੋਂ ਹਰੇਕ ਦੀ ਵਿਆਖਿਆ ਕਰੋ। ਸਿੱਖਣ ਦਾ ਮੁੱਖ ਚਾਲਕ ਕਹਾਉਂਦਾ ਏ? ਪ੍ਰੇਰਨਾ। ਜਦੋਂ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਪੂਰਨ ਗਿਆਨ ਸਮਰੱਥਾ ਨੂੰ ਪਰਖਦਾ ਹੈ ਤਾਂ ਉਹ ਸ਼ਾਮਿਲ ਹੁੰਦਾ ਏ ਸਿੱਖਿਆ ਦੇ ਮੁਲਾਂਕਣ ਵਿੱਚ, ਸਿੱਖਿਆ ਵਿਚਾਲੇ ਮੁਲਾਂਕਣ ਵਿੱਚ, ਸਿੱਖਿਆ ਤੌਰ 'ਤੇ ਮੁਲਾਂਕਣ ਵਿੱਚ, ਸਿੱਖਿਆ ਲਈ ਮੁਲਾਂਕਣ ਵਿੱਚ। ਤਾਂ ਇਸ ਕੁਐਸਚਨ ਦਾ ਸਾਡੇ ਕੋਲ ਆਨਸਰ ਆਊਗਾ ਸਿੱਖਿਆ ਲਈ ਮੁਲਾਂਕਣ ਦੇ ਵਿੱਚ। ਮੁਲਾਂਕਣ ਇੱਕ ਨਿਰੰਤਰ ਪ੍ਰਕਿਰਿਆ ਹੈ। ਕਿਸ ਦਾ ਕਥਨ ਹੈ? ਕੋਠਾਰੀ ਕਮਿਸ਼ਨ ਦਾ ਕਥਨ ਹੈ ਇਹ। ਸਭ ਤੋਂ ਵਧੀਆ ਸਿੱਖਿਅਕ ਪ੍ਰੋਗਰਾਮ ਉਹ ਹੁੰਦਾ ਹੈ ਜਿਹੜਾ ਬੱਚੇ ਦੀ ਯੋਗਤਾ ਦੇ ਆਧਾਰਿਤ ਹੋਵੇ, ਬੱਚੇ ਦੀ ਲੋੜ ਦੇ ਆਧਾਰਿਤ ਹੋਵੇ, ਬੱਚੇ ਦੀ ਰੁਚੀ ਦੇ ਆਧਾਰਿਤ ਹੋਵੇ, ਉਪਰੋਕਤ ਸਾਰਿਆਂ ਅਨੁਸਾਰ ਸਮਾਜ ਦੀ ਲੋੜ 'ਤੇ ਵੀ ਨਿਰਧਾਰਿਤ ਹੋਵੇ। ਤਾਂ ਇਹੀ ਸਾਡਾ ਆਨਸਰ ਆ। ਅੱਗੇ ਕੁਐਸਚਨ ਹੈਗਾ ਸਾਡੇ ਕੋਲ, ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਖਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੈ? ਪ੍ਰਤੱਖ ਗਿਆਨ ਵਿੱਚ ਸੁਧਾਰ ਕਰਨਾ, ਗਿਆਨ ਇਕੱਠਾ ਕਰਨਾ, ਗਲਤੀਆਂ ਨੂੰ ਖਤਮ ਕਰਨਾ, ਦ੍ਰਿੜਤਾ। ਤਾਂ ਸਾਡਾ ਆਨਸਰ ਹੋਊਗਾ ਪ੍ਰਤੱਖ ਗਿਆਨ ਵਿੱਚ ਸੁਧਾਰ ਕਰਨਾ। ਨਿਦਾਨਾਤਮਕ ਪ੍ਰੀਖਣ ਦਾ ਮੁੱਖ ਮੰਤਵ ਕਿਸ ਦੀ ਪਛਾਣ ਕਰਨਾ ਹੈ? ਦੇਖੋ ਜੀ ਕਿਹੜਾ ਆਨਸਰ ਆਊਗਾ। ਜੁਲਾਈ 11 ਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਅਕਾਦਮਿਕ ਮੁਸ਼ਕਲਾਂ ਦੇ ਕਾਰਨ। ਇੱਕ ਅਧਿਆਪਕ ਲਈ ਮੁਲਾਂਕਣ ਦਾ ਬੁਨਿਆਦੀ ਉਦੇਸ਼ ਹੋਣਾ ਚਾਹੀਦਾ ਹੈ। ਕਿਹੜਾ ਆਨਸਰ ਆਊਗਾ ਤੁਹਾਡਾ? ਦੇਖੋ ਧਿਆਨ ਨਾਲ। ਇਹਦਾ B ਆਨਸਰ ਆਊਗਾ। ਸਿੱਖਿਆ ਦਾ ਉਦੇਸ਼ ਹੈ। 4 ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਆਊਗਾ ਵਿਦਿਆਰਥੀ ਵਿੱਚ ਸਮਾਜ ਦੀਆਂ ਮਾਨਤਾਵਾਂ ਦੇ ਅਨੁਰੂਪ ਵਿਵਹਾਰ ਕਰਨ ਦੀ ਸਮਰੱਥਾ ਵਿਕਸਿਤ ਕਰਨਾ। ਮੁਲਾਂਕਣ ਦਾ ਸ਼ਾਬਦਿਕ ਅਰਥ ਕੀ ਹੈ? ਕੋਈ ਨਹੀਂ ਇਹਨਾਂ ਵਿੱਚੋਂ। ਫਾਰਮੇਟਿਵ ਮੁਲਾਂਕਣ ਕਿਸ ਰਾਹੀਂ ਸਭ ਤੋਂ ਵਧੀਆ ਪ੍ਰਸਤੁਤ ਨਹੀਂ ਹੁੰਦਾ? ਸਾਲਾਨਾ ਟੈਸਟ ਰਾਹੀਂ। ਵਿਦਿਅਕ ਪ੍ਰਾਪਤੀ ਦਾ ਮੁਲਾਂਕਣ ਵਿੱਚ ਕੀ ਸ਼ਾਮਲ ਹੈ? ਉਪਰੋਕਤ ਸਾਰੇ ਸ਼ਾਮਲ ਨੇ ਇਹ। ਹੇਠ ਲਿਖਿਆਂ ਵਿੱਚੋਂ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਪੋਜੀਸ਼ਨ ਪੇਪਰ ਵਿੱਚ ਪ੍ਰੀਖਿਆ ਸੰਬੰਧੀ ਕਿਹੜੇ ਸੁਧਾਰ ਨੂੰ ਮੁੱਖ ਰੂਪ ਵਿੱਚ ਉਜਾਗਰ ਕੀਤਾ ਗਿਆ? ਨਿਰੰਤਰ ਮੁਲਾਂਕਣ ਨੂੰ। ਅੰਦਰੂਨੀ ਮੁਲਾਂਕਣ ਕਿਸ ਨੂੰ ਕਹਿੰਦੇ ਨੇ? ਇੱਕ ਵਿਅਕਤੀਗਤ ਸਿੱਖਿਆਰਥੀ ਦਾ ਉਸਦੇ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕਾਂ ਵੱਲੋਂ ਮੁਲਾਂਕਣ ਕੀਤਾ ਜਾਣਾ। ਨਿਰਣਾਤਮਕ ਮੁਲਾਂਕਣ ਦਾ ਮੁਹਾਂਦਰਾ ਹੈ। D ਆਨਸਰ ਆਊਗਾ ਇਹਦਾ, ਕਿਉਂਕਿ ਇਹ ਵਿਦਿਆਰਥੀਆਂ ਦੇ ਕਾਰਜ ਦਾ ਮੁਲਾਂਕਣ ਕਰਨ ਲਈ ਸਭ ਤੋਂ ਪਰਿਪੱਕ ਢੰਗ ਹੈ। ਅੱਗੇ ਹੈਗਾ ਨਿਰੰਤਰ ਵਿਆਪਕ ਅੰਦਰੂਨੀ ਮੁਲਾਂਕਣ ਦੇ ਕਾਰਨਾਂ ਵਿੱਚ ਸ਼ਾਮਲ ਹੈ।
4 ਆਪਸ਼ਨ ਦਿੱਤੇ ਹੋਏ ਨੇ, ਇਹਨਾਂ ਦੇ ਵਿੱਚੋਂ ਕਿਹੜਾ ਸਹੀ ਆਊਗਾ ਤੁਹਾਡਾ? ਇਹ ਸਾਰੇ ਹੀ ਨੇ ਜਿਹੜੇ ਉਹ ਮੁਲਾਂਕਣ ਦੇ ਕਾਰਨਾਂ ਦੇ ਨਾਲ ਸੰਬੰਧਿਤ ਨੇ। ਅਗਲਾ ਕੁਐਸਚਨ ਆ, ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰਮਾਣਾਤਮਕ ਮੁਲਾਂਕਣ ਦਾ ਢੰਗ ਨਹੀਂ ਹੈ? ਸਾਲਾਨਾ ਪ੍ਰੀਖਿਆਵਾਂ। CCE ਵਿੱਚ ਰਚਨਾਤਮਕ ਤੇ ਸੰਕਲਨਾਤਮਕ ਮੁਲਾਂਕਣ ਦਾ ਕੁੱਲ ਜੋੜ ਹੈ 40% ਤੇ 60%। ਮੁਲਾਂਕਣ ਦੇ ਅਧਿਆਪਨ ਸੰਬੰਧੀ ਕੀ ਉਦੇਸ਼ ਹਨ? ਅਧਿਆਪਨ ਦੀਆਂ ਯੁਕਤਾਂ ਨੂੰ ਮਾਪਣਾ, ਅਧਿਆਪਨ ਦੀਆਂ ਤਕਨੀਕਾਂ ਤੇ ਵਿਧੀਆਂ ਨੂੰ ਮਾਪਣਾ, ਅਧਿਆਪਨ ਦੀ ਪ੍ਰਭਾਵਸ਼ੀਲਤਾ ਨੂੰ ਮਾਪਣਾ। ਤਾਂ ਇਹ ਸਾਰੇ ਸਹੀ ਆਨਸਰ ਨੇ। ਯਾਦ ਕਰਨ ਕਿਸਮ ਪ੍ਰੀਖਿਆ ਅਤੇ ਸ਼ਨਾਖਤ ਕਰਨ ਕਿਸਮ ਪ੍ਰੀਖਿਆ ਕਿਸਮਾਂ ਹਨ? ਲਿਖਤੀ, ਛੋਟੇ ਉੱਤਰ ਵਾਲੀਆਂ, ਵਿਕਲਪੀ ਪ੍ਰੀਖਿਆਵਾਂ, ਬਹੁਤ ਛੋਟੇ ਉੱਤਰ ਵਾਲੀਆਂ ਪ੍ਰੀਖਿਆਵਾਂ। ਤਾਂ ਸਾਡਾ ਕੀ ਆਨਸਰ ਆਊਗਾ ਇਹਦੇ ਵਿੱਚ? ਵਿਕਲਪੀ ਪ੍ਰੀਖਿਆਵਾਂ। ਮੁਲਾਂਕਣ ਦੀ ਲੋੜ ਤੇ ਮਹੱਤਵ ਵਿੱਚ ਕੀ ਨਿਹਿਤ ਹੈ? 4 ਆਪਸ਼ਨ ਦਿੱਤੇ ਹੋਏ ਨੇ ਸਾਨੂੰ। ਸਾਡਾ ਆਨਸਰ ਆਊਗਾ ਵਿਸਤ੍ਰਿਤ ਖੇਤਰ, ਕੌਸ਼ਲਾਂ ਵਿੱਚ ਨਿਪੁੰਨਤਾ ਦਾ ਮਾਪਣ, ਗਿਆਨ ਦੇ ਵਿਕਾਸ ਵਿੱਚ ਸਹਾਇਕ। ਇਹ ਸਾਰੇ ਤਾਂ ਇੱਥੇ ਡੀ ਦੇ ਆਪਸ਼ਨ ਤੇ ਨਿਸ਼ਾਨੀ ਲਗਾਵਾਂਗੇ ਅਸੀਂ। ਕਿਸ ਦਾ ਕਥਨ ਹੈ ਕਿ ਮੁਲਾਂਕਣ ਲਗਾਤਾਰ ਪ੍ਰਕਿਰਿਆ ਹੈ ਜਿਹੜੀ ਉਦੇਸ਼ ਨਿਰਧਾਰਿਤ ਕਰਦੀ ਹੈ? ਕਿਸ ਦਾ ਕਥਨ ਹੈ ਇਹ? NCERT ਦਾ ਕਥਨ ਹੈ। ਕਿਹੜਾ ਸਿੱਖਿਆ ਪ੍ਰਾਪਤੀ ਘਟਨਾ ਦਾ ਤੱਤ ਨਹੀਂ ਹੈ? 4 ਆਪਸ਼ਨਾਂ ਦੇ ਵਿੱਚੋਂ ਅਸੀਂ ਕਿਹੜੇ ਤੇ ਨਿਸ਼ਾਨੀ ਲਗਾਵਾਂਗੇ? ਅਧਿਆਪਨ। ਵਿਆਪਕ ਮੁਲਾਂਕਣ ਕਿਸ ਪ੍ਰਕਾਰ ਦਾ ਹੁੰਦਾ ਹੈ? 4 ਆਪਸ਼ਨ ਦਿੱਤੇ ਹੋਏ ਨੇ। ਵਿਆਪਕ ਮੁਲਾਂਕਣ ਆ ਜਿਹੜਾ ਉਹ ਕਿਸ ਪ੍ਰਕਾਰ ਦਾ ਹੁੰਦਾ? ਨਿਬੰਧਾਤਮਕ ਪ੍ਰਸ਼ਨਾਂ ਵਾਲਾ। ਅੰਦਰੂਨੀ ਮੁਲਾਂਕਣ ਦੀ ਕੀ ਲੋੜ ਤੇ ਮਹੱਤਵ ਹੈ? 4 ਆਪਸ਼ਨ ਦਿੱਤੇ ਹੋਏ ਨੇ। ਵਿਦਿਆਰਥੀਆਂ ਦੀ ਯੋਗਤਾ ਪ੍ਰਗਟ ਕਰਨਾ। ਪ੍ਰਯੋਗਾਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਢੁਕਵਾਂ ਰੂਪ ਹੈ। ਨਿਰੀਖਣ। ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਤਾ ਦੇ ਯੋਗ ਬਣਾਉਂਦਾ ਹੈ। ਸਿੱਖਿਅਕ ਦਾ ਮੁੱਖ ਕੰਮ ਹੈ ਵਿਦਿਆਰਥੀਆਂ ਦੇ ਵਿਅਕਤੀਤਵ ਦਾ ਹਰ ਪਾਸਿਓਂ ਵਿਕਾਸ ਕਰਨਾ। ਮੌਖਿਕ ਸ਼ਾਬਦਿਕ ਬੁੱਧੀ ਦੀ ਪਰਖ ਕਿਸ ਲਈ ਬਿਹਤਰ ਵਿਕਲਪ ਹੁੰਦੀ ਹੈ? 2020 ਵਾਲੇ ਟੈਟ ਦੇ ਐਗਜ਼ਾਮ 'ਚ ਆਇਆ ਹੋਇਆ ਕੁਐਸਚਨ ਹੈ ਇਹ। ਸਾਡਾ ਆਪਸ਼ਨ ਹੈਗਾ ਏ। ਵਿਦਿਅਕ ਕਾਰਜ ਖੇਤਰ ਵਿੱਚ ਰੂਪਾਤਮਕ ਮੁਲਾਂਕਣ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਜੰਤਰ ਨਹੀਂ ਹੈ? ਇਹ ਵੀ 2020 ਵਾਲੇ ਪੇਪਰ ਦਾ ਹਿੱਸਾ ਹੈ। ਤਾਂ ਇਹਦੇ ਵਿੱਚ ਆਪਸ਼ਨ ਦਿੱਤੇ ਹੋਏ ਨੇ। ਸਾਡਾ ਆਨਸਰ ਆਊਗਾ ਪ੍ਰੋਜੈਕਟ। ਕਿਸ ਕਿਸਮ ਦਾ ਮੁਲਾਂਕਣ ਵਿਦਿਆਰਥੀਆਂ ਦੀਆਂ ਸਿੱਖਣ ਕਮੀਆਂ ਤੇ ਮੁਸ਼ਕਲਾਂ ਦੀ ਪਛਾਣ ਕਰਦਾ ਹੈ? ਇਹ ਵੀ 2020 ਦਾ ਕੁਐਸਚਨ ਆ। ਸਾਡਾ ਆਨਸਰ ਆਊਗਾ ਤਸ਼ਖੀਸ। ਤਾਂ ਅੱਜ ਦੀ ਵੀਡੀਓ ਦੇ ਵਿੱਚ MCQ ਕੀਤੇ ਨੇ ਅਸੀਂ ਵੈਲਿਊਏਸ਼ਨ ਵਾਲੇ ਲੈਸਨ ਦੇ। ਅੱਗੇ ਫਿਰ ਨੈਕਸਟ ਲੈਸਨ ਨਾਲ ਮਿਲਦੇ ਹਾਂ। ਓਕੇ, ਥੈਂਕਸ।